बोले सोने हाल सास भी अकाल। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੈਂ ਸਵਾਗਤ ਕਰਦਾ ਜੀ ਪ੍ਰੋਗਰਾਮ ਸਿੱਖੀ ਫॉर ਯੂਥ ਦੇ ਵਿੱਚ ਜਿਹਦੇ ਵਿੱਚ ਅਸੀਂ ਗੱਲ ਕਰਦੇ ਹੁੰਦੇ ਹਾਂ ਸਿੱਖੀ ਬਾਰੇ ਅਸੀਂ ਚਾਨਣਾ ਪਾਉਂਦੇ ਹਾਂ ਕਿ ਆਖਰ ਸਿੱਖੀ ਹੈ ਕੀ ਆ, ਸਿੱਖੀ ਦੇ ਮਰਿਆਦਾ ਕੀ ਆ, ਸਿੱਖੀ ਦੇ ਪੈਂਤਰੇ ਕੀ ਆ, ਕੀ ਚੀਜ਼ਾਂ ਜਿਹੜੀਆਂ ਸਿੱਖਾਂ ਨੂੰ ਅੱਜ ਸਾਨੂੰ ਪਛਾਣਨੀਆਂ ਚਾਹੀਦੀਆਂ, ਸਾਡੇ ਪੰਥ ਨੂੰ ਜਿਹੜੀਆਂ ਪਛਾਣਨੀਆਂ ਚਾਹੀਦੀਆਂ, ਕਿਹੜੀਆਂ ਚੀਜ਼ਾਂ ਜਿਹੜੇ ਅੱਜ ਸਾਡੇ ਪੰਥ ਨੂੰ ਡਿਸਟਰੋਏ ਕਰ ਰਹੀਆਂ ਆ, ਕਿਹੜੀਆਂ ਚੀਜ਼ਾਂ ਜਿਹੜੇ ਸਾਡੇ ਪੰਥ ਨੂੰ ਖਤਮ ਕਰ ਰਹੀਆਂ। ਨੌਜਵਾਨਾਂ ਨੂੰ ਸਿੱਖਿਆ ਦੇ ਰਹੇ ਆ, ਨੌਜਵਾਨਾਂ ਨੂੰ ਪਤਾ ਲੱਗੇ ਕਿ ਕਿਹੜੀਆਂ ਚੀਜ਼ਾਂ ਤੋਂ ਉਹਨਾਂ ਨੂੰ ਪਰਹੇਜ਼ ਕਰਨਾ ਚਾਹੀਦਾ, ਕਿਹੜੀਆਂ ਚੀਜ਼ਾਂ ਤੋਂ ਉਹਨਾਂ ਨੂੰ ਦੂਰ ਰਹਿਣਾ ਚਾਹੀਦਾ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਆਖਰ ਸਿੱਖੀ ਨੂੰ ਕਿਸ ਪਾਸਿਓਂ ਕਿਹੜੇ ਪਾਸਿਓਂ ਹਮਲੇ ਹੋਈ ਜਾਂਦੇ ਆ ਤੇ ਸਾਨੂੰ ਕਿਸ ਤਰ੍ਹਾਂ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਿਆਦਾਤਰ ਜਿਹੜੇ ਨੌਜਵਾਨਾਂ ਦੇ ਸਵਾਲ ਹੁੰਦੇ ਆ ਜਾਂ ਜਿਹੜੇ ਇਸ ਟਾਈਮ ਦੇ ਜਿਹੜੇ ਮੁੱਦੇ ਸਾਡੇ ਸਾਹਮਣੇ ਆਉਂਦੇ ਹੁੰਦੇ ਆ ਸਿੱਖੀ ਦੇ ਉੱਤੇ ਜਾਂ ਸਿੱਖੀ ਦੇ ਉੱਤੇ ਜਿਹੜੇ ਸ਼ੰਕੇ ਆਉਂਦੇ ਆ ਉਹਦੇ ਆਧਾਰ 'ਤੇ ਫਿਰ ਅਸੀਂ ਗੱਲ ਕਰਦੇ ਹਾਂ ਅਤੇ ਐਵੀਡੈਂਸ ਦੇ ਨਾਲ ਅਸੀਂ ਗੱਲ ਕਰਦੇ ਹਾਂ। ਸਾਡਾ ਪ੍ਰੋਗਰਾਮ ਦਾ ਮਕਸਦ ਇਹ ਜ਼ਰੂਰ ਹੁੰਦਾ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਸਿੱਖੀ ਦਾ ਪ੍ਰਚਾਰ ਕਰੀਏ, ਪਰ ਕਰੀਏ ਅਸੀਂ ਉਹ ਭਾਸ਼ਾਵਾਂ ਦੇ ਵਿੱਚ ਜਿਹੜੇ ਅੱਜ ਕੱਲ੍ਹ ਸਾਡੇ ਯੂਥ ਨੂੰ ਸਮਝ ਆ ਰਹੀਆਂ ਆ। ਸੋ ਓਬਵੀਅਸਲੀ ਪੰਜਾਬੀ ਤਾਂ ਇੱਕ ਭਾਸ਼ਾ ਹੈਗੀ ਆ ਜਿਹੜੇ ਸਾਡੇ ਕਈ ਯੂਥ ਮੈਂਬਰਸ ਨੂੰ ਸਮਝ ਆਉਂਦੀ ਆ, ਪਰ ਜ਼ਿਆਦਾਤਰ ਅੰਗਰੇਜ਼ੀ ਦੇ ਵਿੱਚ ਜਿਹੜਾ ਆ ਨੌਜਵਾਨਾਂ ਨੂੰ ਅੱਜ ਕੱਲ੍ਹ ਸਮਝ ਆ ਰਿਹਾ ਹੈ। ਸੋ ਇਸ ਕਰਕੇ ਅਸੀਂ ਮਿਕਸ ਪ੍ਰੋਗਰਾਮ ਰੱਖਦੇ ਹੁੰਦੇ ਹਾਂ ਜਿਹਦੇ ਵਿੱਚ ਅਸੀਂ ਪੰਜਾਬੀ ਅੰਗਰੇਜ਼ੀ ਦੋਨੋਂ ਅਸੀਂ ਉਹਦੇ ਵਿੱਚ ਗੱਲ ਕਰਦੇ ਹੁੰਦੇ ਹਾਂ, ਕਿਉਂਕਿ ਨੌਜਵਾਨਾਂ ਦੀ ਲੋੜ ਆ ਹੁਣ ਪੰਥ ਨੂੰ, ਨੌਜਵਾਨਾਂ ਦੀ ਲੋੜ ਆ ਹੁਣ ਜੇ ਅਸੀਂ ਪੰਥ ਨੂੰ ਅੱਗੇ ਵਧਾਉਣਾ, ਜੇ ਅਸੀਂ ਪੰਥ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣਾ, ਜੇ ਪੰਥ ਦਾ ਅਸੀਂ ਭਵਿੱਖ ਜਿਹੜਾ ਆ ਸੁਨਹਿਰੀ ਲਿਆਉਣ ਵਾਸਤੇ ਸਾਨੂੰ ਜਿਹੜਾ ਨੌਜਵਾਨਾਂ ਦੀ ਲੋੜ ਆ। ਸੋ ਇਸ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਇਹੀ ਬੇਨਤੀ ਹੁੰਦੀ ਆ ਕਿ ਵੱਧ ਤੋਂ ਵੱਧ ਤੁਸੀਂ ਇਸ ਗੱਲ 'ਤੇ ਮਾਈਂਡ ਨਾ ਕਰੋ ਜੇ ਅਸੀਂ ਅੰਗਰੇਜ਼ੀ ਦੇ ਵਿੱਚ ਗੱਲ ਕਰਦੇ ਹਾਂ, ਸਮਾਂ ਕਿ ਇਹ ਨੌਜਵਾਨਾਂ ਨੂੰ ਸਿੱਖਿਆ ਦੇਣ ਵਾਸਤੇ ਅਸੀਂ ਇਹਦੇ ਵਿੱਚ ਪ੍ਰਚਾਰ ਕਰਦੇ ਹੁੰਦੇ ਹਾਂ। ਸੋ ਸਾਡਾ ਅੱਜ ਦਾ ਜਿਹੜਾ ਮੁੱਦਾ ਉਸ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਅੱਜ ਦੇ ਹਿਸਟਰੀ ਬਾਰੇ, ਕਿਉਂਕਿ ਅੱਜ ਦੀ ਜਿਹੜੀ ਹਿਸਟਰੀ ਆ ਜੇ ਅਸੀਂ ਦੇਖੀਏ ਤਾਂ ਅੱਜ ਦੇ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅੱਜ ਦੇ ਦਿਨ ਦਸਤਾਰਬੰਦੀ ਅਤੇ ਉਹਨਾਂ ਨੂੰ ਅੱਜ ਦੇ ਦਿਨ ਯੰਗੈਸਟ ਦਮਦਮੀ ਟਕਸਾਲ ਦਾ ਮੁਖੀ ਬਣਾਇਆ ਗਿਆ ਸੀ। ਸੋ ਅੱਜ ਦੇ ਦਿਨ ਤੁਸੀਂ ਫੋਟੋਆਂ ਵੀ ਦੇਖ ਸਕਦੇ ਆ ਸਕਰੀਨ ਦੇ ਉੱਤੇ ਲੱਗੇ ਹੋਏ ਆ ਕਿ ਕਿਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਦਸਤਾਰਬੰਦੀ ਹੋਈ ਆ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਜਥੇਦਾਰੀ ਆ ਜਿਹੜੀ ਸੌਂਪੀ ਗਈ ਸੀ। ਸੋ ਕਿਉਂਕਿ ਨੌਜਵਾਨ ਦੀ ਜਿਹੜੀ ਪੀੜ੍ਹੀ ਆ ਅੱਜ ਕੱਲ੍ਹ ਅਸੀਂ ਦੱਸਦੇ ਹਾਂ ਕਿ ਸੰਤ ਜਰਨੈਲ ਸਿੰਘ ਜੀ ਸਾਡੇ ਲੀਡਰ ਆ, ਸੰਤ ਜਰਨੈਲ ਸਿੰਘ ਜੀ ਨੌਜਵਾਨਾਂ ਦੇ ਲੀਡਰ ਆ। ਸੋ ਸਾਨੂੰ ਪਤਾ ਹੋਣਾ ਚਾਹੀਦਾ ਉਹਨਾਂ ਦੀ ਹਿਸਟਰੀ ਕਿੱਦਾਂ ਦੀ ਸੀ, ਕਿਹੋ ਜਿਹੀ ਲਾਈਫ ਉਹਨਾਂ ਨੇ ਜੀਓ ਸੀ, ਅਤੇ ਇਸ ਤੋਂ ਅੱਗੇ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੇ ਜਿਹੜੇ ਕੰਮ ਕਹੇ ਆ, ਜਿਹੜੀਆਂ ਚੀਜ਼ਾਂ ਉਹਨਾਂ ਨੇ ਕਹੀ ਸੀ ਉਹ ਕੌਣ ਅਪਣਾ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ, ਬਾਣੀ ਦੇ ਸਿਧਾਂਤ 'ਤੇ ਕੌਣ ਚੱਲਦਾ ਅੱਜ। ਸੋ ਇਸ ਕਰਕੇ ਸਾਨੂੰ ਇਹ ਗੱਲਾਂ ਜਿਹੜੀਆਂ ਜ਼ਰੂਰ ਧਿਆਨ ਰੱਖਣੀਆਂ ਚਾਹੀਦੀਆਂ। ਸਾਰੀਆਂ ਸ਼ਹੀਦਾਂ ਸਿੰਘਾਂ ਦੀਆਂ ਹਿਸਟਰੀਆਂ ਸਾਨੂੰ ਪੜ੍ਹਨੀਆਂ ਚਾਹੀਦੀਆਂ, ਉਹਨਾਂ ਦਾ ਜੀਵਨ ਕਿਹੋ ਜਿਹਾ ਸੀਗਾ, ਕਿਹੋ ਜਿਹਾ ਜੀਵਨ ਉਹ ਜਿਉਂਦੇ ਸੀ ਅਤੇ ਉਸ ਤੋਂ ਸਿੱਖਿਆ ਸਾਨੂੰ ਕੀ ਮਿਲਦੀ ਆ। ਸੋ ਅੱਜ ਦਾ ਜਿਹੜਾ ਅਸੀਂ ਟੌਪਿਕ ਰੱਖਿਆ ਆ ਬੇਸਡ ਔਨ obviously recent events that have taken place within the Sikh ਕੌਮ, ਐਂਡ ਉਹਦੇ ਆਧਾਰ 'ਤੇ ਅਸੀਂ ਜਿਹੜੇ ਅੱਜ ਗੱਲ ਕਰਾਂਗੇ ਕਿਉਂਕਿ obviously recently ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਿਆਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਢੰਡਰੀ ਵਾਲੇ ਦੇ ਦੀਵਾਨਾਂ ਦੇ ਵਿੱਚ ਉਹਨਾਂ ਨੇ ਸਿੱਖ ਕੌਮ ਨੂੰ ਮਨ੍ਹਾ ਕੀਤਾ ਆ ਕਿ ਉਹ ਜਾਣ ਅਤੇ ਉਹ ਪਾਰਟੀਸਪੇਸ਼ਨ ਲੈਣ। ਪਰ ਮੈਂ ਨਾ ਤਾਂ ਭਾਈ ਰਣਜੀਤ ਸਿੰਘ ਢੰਡਰੀ ਵਾਲੇ ਦੇ ਹੱਕ 'ਚ ਮੈਂ ਗੱਲ ਕਰਨੀ ਆ ਅਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਆ ਉਹ ਅਸੀਂ ਸਿਰ ਮੱਥੇ ਮੰਨਣਾ, ਪਰ ਸਾਨੂੰ ਇਹ ਗੱਲ ਜਿਹੜੀ ਆ ਮੈਂ ਇਹ ਗੱਲ ਦੇ ਉੱਤੇ ਗੱਲ ਕਰਨਾ ਚਾਹੁੰਦਾ ਕਿ ਆਖਰ ਬਾਬਾ ਜਿਹੜਾ ਸਿਸਟਮ ਆ ਸਾਡੇ ਪੰਥ ਦੇ ਵਿੱਚ ਇਹ ਹੁਣ ਸਾਡੇ ਪੰਥ ਨੂੰ ਖਤਮ ਕਰ ਰਿਹਾ ਆ ਜਾਂ ਸਾਡੇ ਪੰਥ ਨੂੰ ਸਟਰੋਂਗ ਬਣਾ ਰਿਹਾ ਆ, ਕਿਉਂਕਿ ਇਹ ਜਿਹੜੀ ਗੱਲ ਆ ਸਾਨੂੰ ਸੋਚਣੀ ਚਾਹੀਦੀ ਆ। ਬਾਬਾਇਜ਼ਮ ਇੱਕ ਸੋਚ ਬਣ ਚੁੱਕੀ ਆ, ਬਾਬਾਇਜ਼ਮ ਇਜ਼ ਏ ਫੇਕ ਆਈਡੀਆ ਦਾ ਇਜ਼ ਇਨ ਆ ਪੰਥ। ਹੁਣ ਸਾਡੇ ਪੰਥ ਦੇ ਵਿੱਚ ਇੰਨੀ ਦੁਬਦਾ ਦੇ ਵਿੱਚ ਸਾਡੇ ਪੰਥ ਨੂੰ ਪਾ ਦਿੱਤਾ ਕਿਉਂਕਿ ਸਾਨੂੰ ਹੁਣ ਸਿੱਖ ਕੌਮ ਨੂੰ ਬਾਬਿਆਂ ਤੋਂ ਬਿਨਾਂ ਅਸੀਂ ਜਿਉ ਨਹੀਂ ਸਕਦੇ।
ਪਰ ਇਹ ਜਿਹੜਾ ਸਿਧਾਂਤ ਆ ਇਹ ਨਾ ਕਿਸੇ ਗੁਰੂ ਨੇ ਸਾਨੂੰ ਦਿੱਤਾ ਤੇ ਨਾ ਕਿਸੇ ਸ਼ਹੀਦ ਸਿੰਘ ਨੇ ਸਾਨੂੰ ਦਿੱਤਾ ਕਿ ਤੁਸੀਂ ਬਾਬਿਆਂ ਤੋਂ ਬਿਨਾਂ ਤੁਸੀਂ ਜ਼ਿੰਦਗੀ ਨਹੀਂ ਸਹਾਰ ਸਕਦੇ ਆ। ਤੇ ਹੁਣ ਸਾਡਾ ਜਿਹੜਾ ਪੰਥ ਆ ਹੁਣ ਬਾਬਿਆਂ ਦੇ ਦੁਬਦਾ ਦੇ ਵਿੱਚ ਅਸੀਂ ਫਸ ਗਏ ਆ ਤੇ ਹੁਣ ਬਾਬਿਆਂ ਦੇ ਚੁੰਗਲਾਂ ਦੇ ਵਿੱਚ ਹੁਣ ਸਾਨੂੰ ਬਾਹਰ ਨਿਕਲਣਾ ਪਊਗਾ। ਸਾਨੂੰ ਕੋਸ਼ਿਸ਼ ਇਸ ਗੱਲ ਤੇ ਜ਼ਰੂਰ ਯਾਦ ਰੱਖਣੀ ਚਾਹੀਦੀ ਆ ਕਿ ਸਿੱਖ ਕੌਮ ਬਣਾਇਆ ਕਿਨੇ ਆ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਭਾਈ ਗੁਰਦਾਸ ਜੀ ਲਿਖਦੇ ਆ ਕਿ ਇੱਕ ਬਾਬਾ ਅਕਾਲ ਦਾ ਰੂਪ ਧਾਰਨ ਹੋ ਕੇ ਆਇਆ। ਇਹ ਨਹੀਂ ਕਿ ਕਿਸੇ ਹੋਰ ਮਨੁੱਖੀ ਜੀਵਨ ਜਾਂ ਕਿਸੇ ਹੋਰ ਮਨੁੱਖਤਾ ਦੇ ਰਾਹ ਤੇ ਉਹ ਆਇਆ। ਇੱਕ ਅਕਾਲ ਪੁਰਖ ਦਾ ਰੂਪ ਆ ਕੇ ਧਾਰਨ ਹੋ ਕੇ ਮਨੁੱਖਤਾ ਦੇ ਰੂਪ ਦੇ ਵਿੱਚ ਆ ਕੇ ਫਿਰ ਉਹਨਾਂ ਨੇ ਪ੍ਰਚਾਰ ਕੀਤਾ। ਤੇ ਹੁਣ ਸਾਡੇ ਸਿੱਖ ਕੌਮ ਦੇ ਵਿੱਚ ਕਿਉਂ ਇਹ ਗੱਲ ਹੁਣ ਪ੍ਰਚਲਿਤ ਹੋ ਗਈ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਅਸੀਂ ਹੋਰ ਬਾਬਿਆਂ ਦੇ ਮਗਰ ਅਸੀਂ ਤੁਰ ਪਏ ਆ। ਕਿਉਂਕਿ ਸਾਨੂੰ ਇਹ ਸੋਚਣਾ ਚਾਹੀਦਾ, ਕਿਉਂਕਿ ਸਾਡੇ ਪੰਥ ਦੇ ਵਿੱਚ ਹੁਣ ਪਖੰਡੀ ਬਾਬੇ ਵੀ ਬਹੁਤ ਆ। ਸਾਡੇ ਪੰਥ ਦੇ ਵਿੱਚ ਹੋਰ ਤਰ੍ਹਾਂ ਦੇ ਵੀ ਬਾਬੇ ਆ। ਅਸੀਂ ਸਾਰਿਆਂ ਨੂੰ ਬਾਬੇ ਦਾ ਰੁਤਬਾ ਜਿਹੜਾ ਆ ਅਸੀਂ ਦੇ ਦਿੱਤਾ। ਪਰ ਬਾਬੇ ਦਾ ਰੁਤਬਾ ਜਿਹੜਾ ਆ ਇਹ ਰੁਤਬਾ ਇਸ ਕਰਕੇ ਆ ਕਿਉਂਕਿ ਇਹਦਾ ਇੱਕ ਸਿਸਟਮ ਹੁੰਦਾ ਸੀ ਪਹਿਲਾਂ। ਤੁਸੀਂ ਦੇਖੋ ਆਪਣੇ ਹਿਸਟਰੀ ਵੱਲ, ਤੁਸੀਂ ਦੇਖੋ ਆਪਣੇ ਸ਼ਹੀਦਾਂ ਸਿੰਘਾਂ ਵੱਲ, ਕਿਹਨਾਂ ਨੂੰ ਬਾਬੇ ਦਾ ਜਿਹੜਾ ਰੁਤਬਾ ਮਿਲਿਆ ਆ। ਬਾਬਾ ਦੀਪ ਸਿੰਘ ਜੀ ਨੂੰ ਬਾਬੇ ਦਾ ਰੁਤਬਾ ਮਿਲਿਆ ਹੈ, ਬਾਬਾ ਬੰਦਾ ਸਿੰਘ ਬਹਾਦਰ ਨੂੰ ਬਾਬੇ ਦਾ ਰੁਤਬਾ ਮਿਲਿਆ ਹੈ। ਪਰ ਇਹ ਕਿਉਂ ਮਿਲਿਆ? ਕਿਉਂ ਇਹਨਾਂ ਦੀ ਜਿਹੜੀ ਆ ਇਸ ਰੁਤਬੇ ਨੂੰ ਉਹਨਾਂ ਨੂੰ ਦਿੱਤਾ ਗਿਆ ਸੀ? ਬਾਬਾ ਸਹੀ ਕਿਸਮ ਦੇ ਵਿੱਚ ਜੇ ਅਸੀਂ ਇਤਿਹਾਸ ਵੱਲ ਵੀ ਝਾਤੀ ਮਾਰੀਏ ਤਾਂ ਗੁਰਪੰਥ ਪ੍ਰਕਾਸ਼ ਦੇ ਵਿੱਚ ਬਾਬੇ ਦੇ ਬਾਰੇ ਵੀ ਜ਼ਿਕਰ ਆਉਂਦਾ ਤੇ ਉਹ ਦੱਸਦੇ ਆ ਕਿ ਬਾਬਾ ਇੱਕ ਰੁਤਬਾ ਸੀਗਾ very similar to how the queen now knights people. ਅਸੀਂ knighthood ਲੈਂਦੇ ਹਾਂ ਹੁਣ ਜਦੋਂ ਅਸੀਂ ਇੰਗਲੈਂਡ ਦੇ ਵਿੱਚ ਰਹਿੰਦੇ ਹਾਂ, then the queen selects certain people who have done good things for the country and she provides them with a knighthood. ਇਸੇ ਹੀ ਤਰ੍ਹਾਂ ਇਹ ਬਾਬੇ ਦਾ ਇੱਕ ਰੁਤਬਾ ਹੁੰਦਾ ਸੀ ਕਿ ਤੁਸੀਂ ਸਿੱਖੀ ਲਈ ਕੋਈ ਕੰਮ ਕਰੋ ਤਾਂ ਤੁਹਾਨੂੰ ਇਹ ਜਿਹੜਾ ਬਾਬਾ ਦਾ ਜਿਹੜਾ ਰੁਤਬਾ ਮਿਲਦਾ। ਤੇ ਹੁਣ ਸਾਡੇ ਸਿੱਖ ਪੰਥ ਦੇ ਵਿੱਚ ਬਾਬਾ ਉਸ ਬੰਦੇ ਨੂੰ ਕਹਿ ਦਿੰਦੇ ਆ ਜਿਹੜਾ ਅੱਧਾ ਘੰਟਾ ਕਥਾ ਕਰ ਲੈਂਦਾ, ਜਾਂ ਸਾਨੂੰ ਬਾਬਾ ਉਸ ਬੰਦੇ ਨੂੰ ਕਹਿ ਦਿੰਦੇ ਆ ਜਿਹੜਾ 2 ਘੰਟੇ ਕੀਰਤਨ ਕਰ ਲੈਂਦਾ। ਸੋ ਹੁਣ ਸਾਨੂੰ ਇਹ ਗੱਲ ਜਿਹੜੀ ਆ ਸੋਚਣੀ ਚਾਹੀਦੀ ਆ ਕਿ ਹੁਣ ਬਾਬਾ ਇਹ ਕਿਸ ਪਾਸਿਓਂ ਸਾਡਾ ਤੁਰ ਪਿਆ ਹੁਣ ਕੰਮ, ਕਿਸ ਪਾਸਿਓਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਇਹੋ ਜਿਹਾ ਸਿਸਟਮ ਦਿੱਤਾ ਜਿਹਦੇ ਵਿੱਚ ਅਸੀਂ ਇੱਕ ਸੁਤੰਤਰ ਰਾਜ ਦੇ ਵਿੱਚ ਇੱਕ ਸੁਤੰਤਰ ਤਰੀਕੇ ਦੇ ਵਿੱਚ ਅਸੀਂ ਜਿਉ ਸਕਦੇ ਸੀ ਤੇ ਹੁਣ ਅਸੀਂ ਉਸ ਤਰੀਕੇ ਨੂੰ ਛੱਡ ਕੇ ਹੁਣ ਅਸੀਂ ਹੋਰ ਪਾਸੇ ਤੁਰ ਪਏ ਹਾਂ। ਹੁਣ ਅੱਜ ਕੱਲ੍ਹ ਦੁਨੀਆ ਦੇ ਵਿੱਚ ਸਿੱਖ ਜਿਹੜਾ ਆ ਉਹ ਵਿਰਲਾ ਮਿਲਦਾ ਜਿਹੜਾ ਨਾ ਤਾਂ ਕੋਈ ਜਥੇਬੰਦੀ ਨਾਲ ਰਲਿਆ ਆ ਤੇ ਨਾ ਕੋਈ ਬਾਬੇ ਨਾਲ ਰਲਿਆ ਆ। ਸਮਝ ਕੇ 90% ਸਾਡੇ ਜਿਹੜੇ ਸਿੱਖ ਆ ਉਹ ਕੋਈ ਜਥੇਬੰਦੀ ਨਾਲ ਰਲੇ ਆ ਜਾਂ ਕਿਸੇ ਬਾਬੇ ਨਾਲ ਰਲੇ ਆ। ਪਰ ਕਿਉਂ ਅਸੀਂ ਹੁਣ ਉਹ ਬਾਬੇ ਨੂੰ ਇੱਕ ਕਿਸਮ ਦਾ we've given the ਬਾਬਾ more power than we've given ਗੁਰੂ ਗ੍ਰੰਥ ਸਾਹਿਬ ਜੀ। ਇਹ ਆ ਸਾਡੀ ਸਿੱਖ ਕੌਮ ਦੀ ਹੁਣ ਹਾਲਤ ਕਿ ਅਸੀਂ ਬਾਬੇ ਨੂੰ ਵੀ ਹੁਣ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਸੀਂ ਰੱਖਤਾ। ਸੋ ਹੁਣ ਸਾਨੂੰ ਸੋਚਣਾ ਇਹ ਚਾਹੀਦਾ ਕਿ ਹੁਣ ਸਾਡੇ ਪੰਥ ਨੂੰ ਲੋੜ ਕੀ ਆ, what is it that our ਪੰਥ needs। ਹੁਣ ਅਸੀਂ ਦਿਖਾਲਦੇ ਤੁਹਾਨੂੰ ਇੱਕ ਛੋਟੀ ਜਿਹੀ ਵੀਡੀਓ। ਇਹ ਵੀਡੀਓ ਹੈਗੀ ਆ ਜੀ, ਵੈਸੇ ਹੈਗੇ ਦਾਸ ਦੀ ਆ, ਇੱਕ ਪੁਰਾਣਾ ਪ੍ਰੋਗਰਾਮ ਅਸੀਂ ਲਿਖਿਆ ਸੀ ਜਿਹਦੇ ਵਿੱਚ ਅਸੀਂ ਗੱਲ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਹੁਕਮਾਂ ਦੇ ਉੱਤੇ ਇੱਕ ਸੀਰੀਜ਼ ਆਪਾਂ ਕੀਤਾ ਸੀ। ਉਹਦੇ ਵਿੱਚ 10ਵੇਂ ਹੁਕਮ ਦੇ ਨੰਬਰ ਤੇ ਆਉਂਦਾ ਇੱਕ ਹੁਕਮ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਣਾ। ਉਹਦੇ ਵਿੱਚ ਮੈਂ ਉਦਾਹਰਣ ਕਾਫੀ ਦਿੱਤੀਆਂ ਹੋਈਆਂ, ਪਹਿਲਾਂ ਅਸੀਂ ਉਹ ਵੀਡੀਓ ਪਲੇ ਕਰਦੇ ਹਾਂ ਤੇ ਫਿਰ ਇਸ ਕਾਫਲੇ ਨੂੰ ਅਸੀਂ ਅੱਗੇ ਵਧਾਉਂਦੇ ਨੇ। Waheguru Ji Ka Khalsa, Waheguru Ji Ki Fateh. So today we'll be carrying on with the series that we've already started, talking about the 52 hukams given to us by Guru Gobind Singh Ji Maharaj at Namdel Sahib. So the 10th hukam is Satguru Shri Guru Granth Sahib Ji Nu Manna. Now, what does that mean? Well, it's quite simple really. Satguru Shri Guru Granth Sahib Ji Nu Manna, that true Guru, Guru Granth Sahib Ji Maharaj, केवल उन्होंने ही मानना, only them do you bow your head to, do you listen to, do you understand, do you read, do you do seva of. Only that Satguru Shri Guru Granth Sahib Ji Maharaj is the one that we should be bowing our heads to. So why is this an important hukam? Well, again, Bani Guru hai Bani, which Bani Amrit Sare. Bani is the Guru. You know, nowadays a lot of people are saying, how can you follow a book? Because to the outsiders, to people who aren't Sikhs, the Guru Granth Sahib Ji is a book. To them it's a book. To us it's our Guru, but to them it's a book. Now a lot of people say these days, you know, why would you follow a book? Well, the reason why we follow this book, as they would like to call it, is because
Guru Granth Sahib Ji isn't a book, it's a guru, it's our living guru, and everything that the gurus have written, all the gyan that they had, they've written it down in those 1430 pages. He has written all of that gyan that he had for a reason, so that we can follow it, because again it came from Akal Purkh. Yeah, Jaisi Aave Khasam Ki Bani. When that Bani was coming from me, from Akal Purkh, Guru Nanak Dev Ji talks about how how Akal Purkh was sending that Bani to him, and then he wrote it as he did, as it was coming to him from Akal Purkh. So, you know, but why nowadays we have all these different, you could say, sects in Sikhi? There's all these different Jathebandis, you know, that are saying, oh, this is the Guru, no, this is the Guru, this is the Guru. Yeah, and I want to give a small example, just a small sakhi of why none of that is the case. You know, because nowadays we say, for example, if we talk about Radha Swamis say that their Baba is a Guru, you know, and in the same way Namtaris also say that their Baba is a Guru. But again, using this sakhi, there's a clear way where you can tell. Bhai Mani Singh Ji, for those of you who don't know, was a great shaheed in Sikhi, and Bhai Mani Singh Ji was someone who we talk about in Ardas a lot when we say Jinnah ne band katwaye. He gave a great shaheedi where his angs, where his parts of his body, where from all his joints were cut, and he was cut into pieces, and he actually settled a dispute about a very similar thing that happened around the time of Baba Banda Singh Bahadur, where some of Baba Banda Singh Bahadur's Sikhs, the people who were following him, the people who watched all the things that he did, they started saying that he was the Guru. Now this is a really big misconception, because a lot of people try and say that Baba Banda Singh Bahadur Ji said that he was the Guru, but no, that's not right. It was these people, what they call the Bande Khalsa, that were saying that Baba Banda Singh Bahadur was the Guru. And the Tat Khalsa, which was the normal standard Khalsa, they were the ones who were saying, no, Guru Sahib said that Guru Granth Sahib Ji is the Guru. And it turned into an argument that happened at Darbar Sahib, where these two Jathebandis started arguing with each other. Now, Bhai Mani Singh Ji was the Akal Takht Jathedar, and he was also the head Granthi at Darbar Sahib. So he decided to settle the dispute once and for all. He said, we're going to leave it up to Akal Purkh, see what he decides, right? And what he did is he wrote Fateh Darshan on a small piece of paper, which was a symbol of the Bande Khalsa, and he wrote Waheguru Ji Ki Fateh on another piece of paper that was a symbolism of the Tat Khalsa. And he put both of them in the lake, in a river, and he said whichever one rose first, that would be the one that the Sikhs would follow. Now remember, this is pieces of paper, so they're going to sink straight to the bottom. So people were already shocked that, you know, Karamat Honi, and that some kind of miracle is going to happen, that one of them is going to rise. And one of them rose, and the one that rose was Waheguru Ji Ki Fateh, meaning that Guru Granth Sahib Ji is our Guru at the end of the day. So we can't argue with someone like Bhai Mani Singh Ji, who's a great scholar, someone who gave such a big shaheedi, and there's a reason why, because he believed in Guru Granth Sahib Ji Maharaj. The whole time when they were cutting his joints, he was doing Japji Sahib ka part, again giving him strength, giving him power. So again, also Guru Gobind Singh Ji Maharaj actually said, Sab Sikhan ko hukm hai Guru Manyo Granth. We read that every time when we do Ardas. When we finish Ardas, then we do Dohra, and after that we talk about Agya Pai Akal ki Tabe Chalayo Panth, Sab Sikhan ko hukm hai Guru Manyo Granth. All these lines are intertwined. Yeah. Agya Pai Akal ki, when we got the Agya from Akal Purkh, Tabe Chalayo Panth, that's when the Panth was created, this Khalsa Panth was created. Sab Sikhan ko hukm hai, all of my Sikhs, ਉਹਨਾਂ ਨੂੰ ਹੁਕਮ ਆ, this is my command, ਕਿ Guru Manyo Granth, only you should follow Guru Granth Sahib Ji Maharaj. Guru Granth Ji Manyo, again Guru Sahib says, think about only follow Guru Granth Sahib Ji Maharaj. Pragta Guran ki day, this is a day, this is a blessing from the Gurus, from the 10 Gurus, for your final Guru, for your Atal Guru, for your eternal Guru. Yeah. Jo prabh ko mil wo chahe, whatever you want, whatever you desire, khoj shabd mein le. You will get that khoj, you will get that understanding from the Shabad, Gur Shabad.
from that shabad that has been written by the different gurus in Guru Granth Sahib Ji Maharaj. That is where all your answers are. So please do not fall into that trap of saying that there are any human gurus, because that is exactly why Guru Gobind Singh Ji Maharaj got rid of the whole Detari, the whole human guru idea, and he gave us the eternal Guru, Guru Granth Sahib Ji Maharaj. So ਇਹ ਭਾਵੇਂ ਮੇਰੀ ਬੇਨਤੀ ਸਮਝ ਲਓ to all the Singhs, to all the Singhaniya that are out here, if you do follow, you know, any human guru or anything like that, or you know you're not sure, please look into your itihas, look into your Gurbani, and you'll get your answer yourselves. You know, there's no such thing as a human guru after the 10 gurus. It has only been Guru Granth Sahib Ji Maharaj. So I hope you've all enjoyed. I hope this taught you a little bit about Guru Gobind Singh Ji's 10th hukam, and I hope you've all enjoyed. Bhulna Chukkan di khema. Waheguru Ji ka Khalsa, Waheguru Ji ki Fateh. ਸੋ ਸੰਗਤ ਜੀ, ਇਸ ਵੀਡੀਓ ਨੇ ਵੈਸੇ ਕਾਫੀ ਕਲੀਅਰ ਕਰ ਦਿੱਤਾ ਕਿ ਸਾਨੂੰ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਾਨੂੰ ਵਿਸ਼ਵਾਸ ਰੱਖਣਾ ਚਾਹੀਦਾ। ਸਾਨੂੰ ਹੋਰ ਬਾਬਿਆਂ ਦੀ ਲੋੜ ਨਹੀਂ। ਅੱਜ ਕੱਲ੍ਹ ਅਸੀਂ ਸੌਖਾ ਤਰੀਕਾ ਲੱਭਦੇ ਹਾਂ ਕਿ ਅਸੀਂ ਸੌਖੇ ਤਰੀਕੇ ਨਾਲ ਕਿਸ ਤਰ੍ਹਾਂ ਅਸੀਂ ਸਿੱਖੀ ਨੂੰ ਅਸੀਂ ਸਮਝ ਸਕੀਏ, ਪਰ ਸਿੱਖੀ ਜੇ ਇੰਨੀ ਸੌਖੀ ਹੁੰਦੀ ਕਿ ਕੋਈ ਹੋਰ ਬੰਦਾ ਤੁਹਾਨੂੰ ਸਮਝਾ ਸਕਦਾ ਹੋਵੇ, ਤਾਂ ਫਿਰ ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਆਨੰਦ ਸਾਹਿਬ ਦੇ ਵਿੱਚ ਕਿਉਂ ਲਿਖਣਾ ਸੀ ਕਿ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਗੁਰੂ ਸਾਹਿਬ ਕਹਿੰਦੇ ਆ that it's finer than a hair and it's sharper than a sword। ਸੋ ਇਹ ਬੜਾ ਔਖਾ ਮਾਰਗ ਆ ਚੱਲਣਾ, ਪਰ ਇਹ ਜਿਹੜਾ ਮਾਰਗ ਆ ਇਹ 'ਤੇ ਜਦੋਂ ਤੁਸੀਂ ਚੱਲਦੇ ਆ ਫਿਰ ਇਹੋ ਜਿਹਾ ਮਾਰਗ ਹੋਰ ਕੋਈ ਨਹੀਂ ਤੁਹਾਨੂੰ ਲੱਭਦਾ। ਇਹੋ ਜਿਹਾ ਤਾਕਤ ਨਹੀਂ ਤੁਹਾਨੂੰ ਕੋਈ ਕਿਸੇ ਹੋਰ ਥਾਂ ਮਿਲਣੀ ਜਿਹੜੀ ਤਾਕਤ ਤੁਹਾਨੂੰ ਮੌਤ ਦੇ ਕਿਨਾਰੇ 'ਤੇ ਵੀ ਤੁਸੀਂ ਉੱਠ ਕੇ ਫਿਰ ਦੁਬਾਰਾ ਤੁਸੀਂ ਲੜ ਸਕਦੇ ਆ। ਇਹ ਕਿਸੇ ਪਾਸਿਓਂ ਤੁਹਾਨੂੰ ਇੱਦਾਂ ਦੀ ਜਿਹੜੀ ਤਾਕਤ ਆ ਨਹੀਂ ਮਿਲ ਸਕਦੀ। ਇਹ ਸਿਰਫ ਤੇ ਸਿਰਫ ਗੁਰੂ ਮਹਾਰਾਜ ਦੀ ਬਾਣੀ ਅਤੇ ਗੁਰੂ ਮਹਾਰਾਜ ਜੀ ਦਾ ਅੰਮ੍ਰਿਤ ਦੇ ਵਿੱਚੋਂ ਹੀ ਤੁਹਾਨੂੰ ਇਹ ਜਿਹੜੀ ਤਾਕਤ ਆ ਮਿਲ ਸਕਦੀ ਆ। ਸੋ ਹੁਣ ਅਸੀਂ ਗੱਲ ਕਰਦੇ ਹਾਂ, ਕਿਉਂਕਿ ਐਵੀਡੈਂਸ ਦੇ ਉੱਤੇ ਮੈਂ ਸਾਰੀ ਜਿਹੜੀ ਗੱਲ ਆ ਮੈਂ ਕਰਨਾ ਚਾਹੁੰਦਾ ਹੁੰਦਾ। ਅਤੇ ਵੈਸੇ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਹੁਕਮਾਂ ਦੇ ਵਿੱਚੋਂ ਇੱਕ ਤਾਂ ਇਹ ਉਦਾਹਰਨ ਸੀਗੀ, ਅਤੇ ਇੱਕ ਉਦਾਹਰਨ ਜਿਹੜੀ ਆ ਇੱਕ ਕਿਤਾਬ ਦੇ ਵਿੱਚ ਭਾਈ ਅਤਿੰਦਰਪਾਲ ਸਿੰਘ ਖਾਲਿਸਤਾਨੀ, ਜਿਨ੍ਹਾਂ ਦੇ ਪ੍ਰੋਗਰਾਮਸ ਵੀ ਤੁਸੀਂ ਦੇਖਦੇ ਹੁੰਦੇ ਆ ਅਕਾਲ ਚੈਨਲ ਦੇ ਉੱਤੇ, ਉਹਨਾਂ ਨੇ ਇੱਕ ਕਿਤਾਬ ਜਿਹੜੀ ਆ ਲਿਖੀ ਆ ਜਿਹਦਾ ਨਾਂ ਆ ਸਿੱਖ ਸੱਭਿਅਤਾ ਦੇ ਮੂਲ ਆਧਾਰ। ਅਤੇ ਉਹਦੇ ਵਿੱਚ ਉਹਨਾਂ ਨੇ ਕਾਫੀਆਂ ਜਿਹੜੀਆਂ ਆ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ, ਜਿਹਦੇ ਵਿੱਚ ਸਾਨੂੰ ਇਹ ਸਿੱਖਣ ਨੂੰ ਮਿਲਦਾ ਕਿ ਅਸਲ ਦੇ ਵਿੱਚ ਸਾਡੇ ਜਿਹੜੇ ਸਿੱਖ ਕੌਮ ਦੇ ਵਿੱਚ ਜਿਹੜੇ ਮੰਤਰ ਆ ਜਾਂ ਜਿਹੜੇ ਸਾਡੇ ਮਰਿਆਦਾ ਆ ਉਹ ਕਿੱਧਰੋਂ ਆਈਆਂ ਆ। ਉਹ ਕਿਉਂਕਿ ਕਈ ਚੀਜ਼ਾਂ ਸਾਡੇ ਪੰਥ ਦੇ ਵਿੱਚ ਜਿਹੜੀਆਂ ਆ ਜਿਹੜੇ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕਿੱਧਰੋਂ ਆਈਆਂ ਆ। ਸੋ ਉਹਦੇ ਉੱਤੇ ਅਸੀਂ ਥੋੜ੍ਹੀ ਬਹੁਤੀ ਜਿਹੜੀ ਆ ਗੱਲ ਕਰਾਂਗੇ, ਪਰ ਜਿਹੜੀ ਮੇਨ ਗੱਲ ਉਹਨਾਂ ਨੇ ਦੱਸੀ ਆ, ਉਹਨਾਂ ਨੇ ਇੱਕ ਸਿੱਖ ਅਤੇ ਗੁਰੂ ਦਾ ਉਹਨਾਂ ਨੇ ਇੱਕ ਕਿਸਮ ਦਾ ਉਹਨਾਂ ਨੇ ਦੱਸਿਆ ਆ ਕਿ ਸਿੱਖ ਅਤੇ ਗੁਰੂ ਦੇ ਵਿੱਚ ਫ਼ਰਕ ਕੀ ਆ। ਅਤੇ ਸਿੱਖ ਜਿਹੜਾ ਆ ਉਹ ਵੀ ਗੁਰੂ ਆ, ਕਿਉਂਕਿ ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਵੀ ਸ਼ਬਦ ਲਿਖਿਆ ਹੋਇਆ ਹੈ ਕਿ ਗੁਰੂ ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ। ਗੁਰੂ ਸਾਹਿਬ ਲਿਖਦੇ ਆ ਕਿ ਸਿੱਖ ਜਿਹੜਾ ਆ ਉਹ ਵੀ ਗੁਰੂ ਆ, ਅਤੇ ਜਿਹੜਾ ਗੁਰੂ ਆ ਉਹ ਵੀ ਸਿੱਖ ਆ, ਅਤੇ ਉਸ ਉਪਦੇਸ਼ ਦੇ ਉੱਤੇ ਗੁਰੂ ਸਾਹਿਬ ਨੇ ਜਿਹੜਾ ਪੰਥ ਆ ਚਲਾਇਆ ਆ। ਸੋ ਸਾਨੂੰ ਇਸ ਕਿਤਾਬ ਦੇ ਵਿੱਚੋਂ ਕਾਫੀ ਜਿਹੜੇ ਹਵਾਲੇ ਮਿਲਦੇ ਆ, ਅਤੇ ਉਹਨਾਂ ਨੇ ਲਿਖਿਆ ਹੋਇਆ ਕਿ ਇਸ ਲਈ ਸਾਨੂੰ ਸਿੱਖੀ ਦੇ ਵਿੱਚ ਗੁਰੂ ਹੋਣ ਤੋਂ ਪਹਿਲਾਂ ਸਿੱਖ ਹੈ। ਮਤਲਬ ਜਿਹੜਾ ਸਾਡਾ ਗੁਰੂ ਆ ਉਹ ਗੁਰੂ ਹੋਣ ਤੋਂ ਪਹਿਲਾਂ ਉਹਨੂੰ ਫਿਰ ਜਿਹੜਾ ਪਹਿਲਾਂ ਸਿੱਖ ਲਾਈਫ ਦੇ ਵਿੱਚ ਉਹਨੂੰ ਜਿਉਣਾ ਚਾਹੀਦਾ। ਉਹ ਸਿੱਖ ਹੈ, ਇਸੇ ਲਈ ਉਹੀ ਸਿੱਖ ਸਮਾਜ ਦੇ ਸਮੂਹਕ ਵਰਤਾਰੇ ਦੇ ਗੁਣਰਾਜੀ ਪ੍ਰਗਟਾ ਕਰਕੇ ਹੀ ਗੁਰੂ ਹੈ। ਮਤਲਬ ਉਹਨੇ ਜਦੋਂ ਸਮਝ ਲਿਆ ਕਿ ਸਿੱਖੀ ਅਸਲ ਦੇ ਵਿੱਚ ਹੈ ਕੀ ਆ, ਸਿੱਖੀ ਦੇ ਮੰਤਰ ਕੀ ਆ, ਸਿੱਖੀ ਦਾ ਲਾਈਫ ਸਟਾਈਲ ਕੀ ਆ, ਤਾਂ ਹੀ ਉਹ ਦੂਜਿਆਂ ਨੂੰ ਦੱਸ ਸਕਦਾ। ਹੁਣ ਜੇ ਮੈਂ ਮੈਥ ਸਿਖਾਉਣ ਲੱਗ ਪਵਾਂ ਅਤੇ ਮੈਨੂੰ ਕੋਈ ਮੈਥ ਦਾ ਕੋਈ ਗਿਆਨ ਨਾ ਹੋਵੇ, ਤਾਂ ਫਿਰ ਲੋਕਾਂ ਨੇ ਸਮਝਣਾ ਕੀ ਆ ਕਿ ਮੈਥ ਕਿੱਦਾਂ ਹੈ। ਇਹੀ ਚੀਜ਼ ਉਹਨਾਂ ਨੇ ਲਿਖੀ ਹੋਈ ਆ। ਅਤੇ ਫਿਰ ਉਹਨਾਂ ਨੇ ਅੱਗੇ ਦੱਸਿਆ ਆ ਕਿ ਜੇ ਉਹ ਸਿੱਖ ਨਹੀਂ ਤਾਂ ਫਿਰ ਉਹ ਗੁਰੂ ਨਹੀਂ। ਹੁਣ ਅਸੀਂ ਅੱਜ ਕੱਲ੍ਹ ਪਖੰਡੀਆਂ ਦੇ ਮਗਰ ਅਸੀਂ ਤੁਰ ਪਏ ਹਾਂ। ਅਸੀਂ ਕਹਿੰਦੇ ਸਾਡਾ ਗੁਰੂ ਆ, ਇਹ 12ਵਾਂ ਗੁਰੂ 13ਵਾਂ ਗੁਰੂ ਆ, ਜਾਂ ਇੱਦਾਂ ਦਾ ਕੁਛ ਆਪਾਂ ਕਹਿ ਦਿੰਦੇ ਹਾਂ, ਜਾਂ ਅਸੀਂ ਕਹਿ ਦਿੰਦੇ ਹਾਂ ਗੁਰੂ ਨਾਲੋਂ ਵੀ ਜ਼ਿਆਦਾ ਉੱਚਾ ਆ। ਤੁਸੀਂ ਸੋਚੋ ਜ਼ਰਾ ਕਿ ਜੇ ਉਹ ਸਿੱਖ ਨਹੀਂ, ਜੇ ਉਹ ਸਿੱਖੀ ਨੂੰ ਨਹੀਂ ਮੰਨਦਾ, ਜੇ ਉਹ ਗੁਰੂ ਸਾਹਿਬ ਨੂੰ ਨਹੀਂ ਮੰਨਦਾ, ਤਾਂ ਫਿਰ ਉਹ ਸਿੱਖ ਕਿੱਦਾਂ ਹੋ ਸਕਦਾ? ਅਤੇ ਜੇ ਉਹ ਸਿੱਖ ਹੈ ਨਹੀਂ ਤਾਂ ਫਿਰ ਗੁਰੂ ਨਹੀਂ ਹੋ ਸਕਦਾ। ਸੋ ਇਹ ਕਾਫੀ ਜਿਹੜੀਆਂ ਚੀਜ਼ਾਂ ਸਾਨੂੰ ਸੋਚਣਾ ਚਾਹੀਦੀਆਂ ਕਿ ਆਖਰ ਸਾਡੇ ਸਿੱਖ ਪੰਥ ਦੇ ਵਿੱਚ
ਕਿਹੜੀਆਂ ਚੀਜ਼ਾਂ ਆ ਜਿਹੜੇ ਸਾਨੂੰ ਪਿੱਛੇ ਜਿਹੜੀਆਂ ਰੱਖ ਰਹੀਆਂ। ਸੋ ਉਹਨਾਂ ਨੇ ਦੱਸਿਆ ਹੈ ਅੱਗੇ ਕਿ ਇਸ ਲਈ ਉਹ ਸਿੱਖ ਅਕਾਲ ਦਾ ਹੀ ਦੁਨਿਆਵਤੀ ਇਨਸਾਨ ਨਹੀਂ ਹੈ। ਇਸ ਕਰਕੇ ਜਿਹੜਾ ਸਿੱਖ ਆ ਉਹ ਅਕਾਲ ਦਾ ਆ, ਅਕਾਲ ਪੁਰਖ ਦਾ ਸਿੱਖ ਆ, ਦੁਨਿਆਵੀ ਬੰਦੇ ਦਾ ਨਹੀਂ ਆ। ਜੋ ਨਾਸ਼ਵਾਨ ਹੈ ਉਸ ਤੋਂ ਕੀ ਸਿੱਖਿਆ ਜਾ ਸਕਦਾ ਹੈ। ਜਿਹੜਾ ਬੰਦਾ ਆਪ ਜਿਹੜਾ ਖਤਮ ਹੋਣ ਵਾਲਾ ਆ ਉਸ ਤੋਂ ਤੁਸੀਂ ਕੀ ਸਿੱਖੋਗੇ? ਕਿਉਂਕਿ ਗੁਰੂ ਸਾਹਿਬ ਨੇ ਇੱਕ ਇਹੋ ਜਿਹਾ ਜਿਹੜਾ ਆ ਸਾਨੂੰ ਇੱਕ ਗ੍ਰੰਥ ਬਖਸ਼ਿਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੇ ਸਾਨੂੰ ਇਹੋ ਜਿਹਾ ਜਿਉਣ ਦਾ ਤਰੀਕਾ ਦੱਸਿਆ ਆ। ਪਰ ਜਿਹੜਾ ਬੰਦਾ ਆਪ ਮਰਨ ਕਿਨਾਰੇ ਪਿਆ ਆ, ਜਿਹਨੂੰ ਆਪ ਬੰਦੇ ਨੂੰ ਕੈਂਸਰ ਹੋਈ ਹੋਵੇ, ਜਾਂ ਜਿਹੜਾ ਆਪ ਬੰਦਾ ਗੁਰੂ ਸਾਹਿਬ ਦੇ ਰਾਹ ਨੂੰ ਛੱਡ ਕੇ ਆਪਣਾ ਹੀ ਧਰਮ ਚਲਾਈ ਫਿਰਦਾ, ਉਸ ਬੰਦੇ ਤੋਂ ਤੁਸੀਂ ਉਸ ਬੰਦੇ ਤੋਂ ਫਿਰ ਕੀ ਤੁਸੀਂ ਉਮੀਦ ਕਰ ਸਕਦੇ ਆ ਕਿ ਉਹ ਤੁਹਾਨੂੰ ਬਚਾ ਲੂਗਾ? ਉਹ ਤੁਹਾਨੂੰ 2 ਅੱਖਰ ਕੰਨ ਦੇ ਵਿੱਚ ਕਹਿ ਕੇ ਤੁਹਾਨੂੰ ਬਚਾ ਲੂਗਾ, ਜਾਂ ਤੁਹਾਨੂੰ ਵੱਖਰਾ ਗੁਰੂ ਬਣਾ ਕੇ ਤੁਹਾਤੋਂ ਮੱਥਾ ਟਿਕਵਾ ਕੇ ਉਹ ਤੁਹਾਨੂੰ ਬਚਾ ਲੂਗਾ? ਨਹੀਂ, ਇੱਦਾਂ ਨਹੀਂ ਹੁੰਦਾ। ਸਗੋਂ ਕਿ ਸਿੱਖ ਪੰਥ ਦੇ ਵਿੱਚ ਇਹੀ ਜਿਹੜਾ ਆ, ਇਹੀ ਖੂਬੀਅਤ ਆ ਕਿ ਸਿੱਖ ਧਰਮ ਦੇ ਵਿੱਚ ਨਾ ਸਾਡਾ ਕੋਈ ਦੇਹਧਾਰੀ ਬੰਦਾ ਆ ਜਿਹੜਾ ਸਾਡਾ ਗੁਰੂ ਆ, ਨਾ ਕੋਈ ਬਾਬਾ ਆ ਸਾਡੇ ਪੰਥ ਦੇ ਵਿੱਚ। ਬਾਬਾ ਉਹੀ ਜਿਹੜਾ ਬੰਦਾ ਅਕਾਲ ਪੁਰਖ ਦੀ ਸਿੱਖਿਆ ਨੂੰ ਇੱਕ ਆਪਣੀ ਜਿਉਂਦੇ ਜੀ ਇੱਕ ਕਿਸਮ ਦਾ ਅਪਣਾ ਲੈਂਦਾ, ਤੇ ਫਿਰ ਜਦੋਂ ਉਹ ਅਪਣਾ ਲੈਂਦਾ ਤੇ ਫਿਰ ਉਸ ਰਾਹ 'ਤੇ ਚੱਲਦਾ, ਕੋਈ ਵੀ ਚੀਜ਼ ਹੋ ਜਾਵੇ ਤਾਂ ਫਿਰ ਉਹ ਉਸ ਰਾਹ 'ਤੇ ਚੱਲਦਾ ਰਹਿੰਦਾ ਤੇ ਕਿਸੇ ਰਾਹ ਤੋਂ ਉਹ ਹਟਦਾ ਨਹੀਂ। ਸੋ ਉਹ ਜਿਹੜੀਆਂ ਚੀਜ਼ਾਂ ਸਾਨੂੰ ਸੋਚਣਾ ਚਾਹੀਦਾ ਕਿ ਆਖਰ ਕੀ ਸਾਡੀ ਜਿਹੜੀ ਸਿੱਖੀ ਆ ਤੇ ਅਸੀਂ ਕੀ ਬਣਾ ਦਿੱਤਾ ਸਿੱਖੀ ਨੂੰ। ਸਿੱਖੀ ਹੁਣ ਅੱਜ ਕੱਲ੍ਹ, ਮਾਫ਼ ਕਰਨਾ, ਅਸੀਂ ਸਿੱਖੀ ਨੂੰ ਹੁਣ ਇੱਕ ਮਜ਼ਾਕ ਬਣਾ ਲਿਆ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਮਜ਼ਾਕ ਬਣਾ ਲਿਆ, ਕਿਉਂਕਿ ਅਸੀਂ ਜਿਹੜੀਆਂ ਚੀਜ਼ਾਂ ਅਸੀਂ ਮੰਨਣਾ ਚਾਹੁੰਦੇ ਹਾਂ ਉਹ ਅਸੀਂ ਕੱਢ ਲੈਂਦੇ ਹਾਂ ਗੁਰੂ ਗ੍ਰੰਥ ਸਾਹਿਬ 'ਚੋਂ, ਅਤੇ ਜਿਹੜੇ ਬਾਕੀ ਦੀਆਂ ਚੀਜ਼ਾਂ ਆ ਉਹ ਅਸੀਂ ਫਿਰ ਮੰਨਦੇ ਨਹੀਂ, ਅਤੇ ਫਿਰ ਅਸੀਂ ਕਹਿੰਦੇ ਹਾਂ ਚੱਲ ਕੋਈ ਗੱਲ ਨਹੀਂ, ਠੀਕ ਹੈ, ਦੇਖੀ ਜਾਓ, ਹੈ ਨਾ। ਅਤੇ ਇਹ ਇੱਕ ਕਿਸਮ ਦਾ ਹੁਣ ਅਸੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਅਤੇ ਅਸੀਂ ਆਪਣੇ ਸਿੱਖ ਗੁਰੂਆਂ ਨਾਲ, ਸ਼ਹੀਦਾਂ ਸਿੰਘਾਂ ਨਾਲ ਅਸੀਂ ਗਲਤ ਵਰਤਾਰਾ ਕਰ ਰਹੇ ਹਾਂ। ਸਾਨੂੰ ਸੋਚਣਾ ਚਾਹੀਦਾ ਕਿ ਜੇ ਉਹ ਨਾ ਹੁੰਦੇ ਤਾਂ ਫਿਰ ਅਸੀਂ ਕਿੱਥੇ ਹੋਣੇ ਸੀ? ਅਸੀਂ ਪਤਾ ਨਹੀਂ ਕਿੱਥੇ ਹੋਣੇ ਸੀ, ਅਸੀਂ ਪਤਾ ਨਹੀਂ ਕਿਹੜੇ ਦੇਸ਼ 'ਚ ਹੋਣੇ ਸੀ, ਅਸੀਂ ਪਤਾ ਨਹੀਂ ਕਿਹਦੇ ਆਪਾਂ ਗੁਲਾਮ ਹੋਣੇ ਸੀ। ਅਤੇ ਹੁਣ ਅਸੀਂ ਨਾ ਕਿਸੇ ਗੁਲਾਮੀ ਕਰਦੇ ਹਾਂ, ਕਿਉਂਕਿ ਖਾਲਸਾ ਜਿਹੜਾ ਹਮੇਸ਼ਾ ਸੁਤੰਤਰ ਰਹਿੰਦਾ, ਹਮੇਸ਼ਾ ਇੰਡੀਪੈਂਡੈਂਟ ਰਹਿੰਦਾ। ਸੋ ਮੈਂ ਬੇਨਤੀ ਕਰਨਾ ਚਾਹੁੰਦਾ ਸੰਗਤ ਨੂੰ ਕਿ ਵੱਧ ਤੋਂ ਵੱਧ ਸਾਨੂੰ ਹੁਣ ਇਹ ਜਿਹੜੀਆਂ ਗੱਲਾਂ ਆ ਸੋਚਣਾ ਚਾਹੀਦੀਆਂ ਕਿ ਸਾਨੂੰ ਇਹ ਜਿਹੜਾ ਭੰਬਲ ਭੁੱਸੇ ਦੇ ਵਿੱਚ ਲੋਕੀ ਸਾਨੂੰ ਪਾਈ ਜਾਂਦੇ ਆ, ਪ੍ਰਚਾਰਕ ਨੂੰ ਪ੍ਰਚਾਰ ਦੇ ਤੌਰ 'ਤੇ ਉਹਨੂੰ ਸੀਮਤ ਰਹਿਣਾ ਚਾਹੀਦਾ। ਪ੍ਰਚਾਰਕ ਦਾ ਇਹ ਮਤਲਬ ਹੁੰਦਾ ਕਿ ਉਹ ਗੁਰਬਾਣੀ ਪ੍ਰਚਾਰ ਕਰੇ, ਉਹਦਾ ਇਹ ਨਹੀਂ ਹੋਣਾ ਚਾਹੀਦਾ ਕਿ ਲੋਕਾਂ ਨੂੰ ਅੱਗੇ ਲਾ ਕੇ ਉਹ ਮੱਥਾ ਟਿਕਵਾਈ ਜਾਵੇ। ਉਹ ਫਿਰ ਪ੍ਰਚਾਰਕ ਦਾ ਕੰਮ ਖਤਮ ਅਤੇ ਉਹ ਹੁਣ ਕਿਸੇ ਹੋਰ ਪਾਸੇ ਤੁਰ ਪਿਆ, ਅਤੇ ਉਹ ਜਿਹੜਾ ਪਾਸਾ ਆ ਉਹ ਸਿੱਖੀ ਦੇ ਵਿੱਚ ਹੈ ਹੀ ਨਹੀਂ। ਸੋ ਇਹ ਜਿਹੜੀਆਂ ਚੀਜ਼ਾਂ ਸਾਨੂੰ ਸਾਰਿਆਂ ਨੂੰ ਜਿਹੜੀਆਂ ਸੋਚਣੀਆਂ ਚਾਹੀਦੀਆਂ। ਅਤੇ ਇੱਕ ਜਿਹੜੀ ਅਹਿਮ ਚੀਜ਼ ਆ, ਕਿਉਂਕਿ ਅੱਜ ਕੱਲ੍ਹ ਲੋਕੀ ਪੁੱਛਦੇ ਆ, ਲੋਕੀ ਸਵਾਲ ਕਰਦੇ ਆ ਕਿ ਸਾਡਾ ਜਿਹੜਾ ਦੋਹਰਾ ਆ, ਜਿਹੜਾ ਅਸੀਂ ਅਰਦਾਸ ਵੇਲੇ ਪੜ੍ਹਦੇ ਹਾਂ, ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਹ ਲੋਕੀ ਪੁੱਛਦੇ ਹੁੰਦੇ ਆ ਕਿ ਕਿੱਧਰੋਂ ਆਇਆ ਇਹ ਦੋਹਰਾ ਜਿਹੜੇ ਅਸੀਂ ਪੜ੍ਹਦੇ ਹਾਂ। ਅਤੇ ਉਹਦਾ ਵੀ ਮੈਂ ਜਿਹੜਾ ਤੁਹਾਨੂੰ ਦੱਸਦਾ ਕਿ ਇਸ ਬੁੱਕ ਦੇ ਵਿੱਚ ਵੀ ਇਹਦਾ ਜਿਹੜਾ ਹਵਾਲਾ ਮਿਲ ਜਾਂਦਾ ਕਿ ਆਖਰ ਇਹ ਕਿੱਧਰੋਂ ਆਇਆ। ਪਰ ਇਸ ਵਾਸਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਭਾਈ ਪ੍ਰਹਿਲਾਦ ਸਿੰਘ ਜੀ ਨੇ ਆਪਣੇ ਰਹਿਤਨਾਮਿਆਂ ਦੇ ਵਿੱਚ, ਜੋ ਕਿ ਪਿਆਰਾ ਸਿੰਘ ਪਦਮ ਨੇ ਇੱਕ ਬੁੱਕ ਲਿਖੀ ਸੀ ਜਿਹਦੇ ਵਿੱਚ ਉਹਨਾਂ ਨੇ ਇਕੱਠੇ ਕੀਤੇ ਸੀ ਭਾਈ ਪ੍ਰਹਿਲਾਦ ਸਿੰਘ ਜੀ ਦੇ ਜਿਹੜੇ ਰਹਿਤਨਾਮੇ ਆ, ਉਹਦੇ ਵਿੱਚ ਜਿਹੜਾ ਇਹ ਦੋਹਰਾ ਲਿਖਿਆ ਹੋਇਆ ਆ। ਸੋ ਇਹ ਜਿਹੜੀ ਚੀਜ਼ ਆ ਇਹ ਕੋਈ ਇੱਦਾਂ ਨਹੀਂ ਕਿ ਅਸੀਂ ਕੋਈ ਮਨਮੁਖੀ ਚੀਜ਼ ਬਣਾਈ ਗਈ ਆ। ਇਹ ਸਮਝ ਕੇ ਗੁਰੂ ਸਾਹਿਬਾਨਾਂ ਦੇ ਟਾਈਮ 'ਤੇ ਲਿਖਦੇ ਆ ਕਿ ਭਾਈ ਪ੍ਰਹਿਲਾਦ ਸਿੰਘ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਲਿਖੀਆਂ ਆ, ਅਤੇ ਜਦੋਂ ਉਹ ਲਿਖਦੇ ਵੀ ਆ ਤਾਂ ਉਹ ਦੱਸਦੇ ਆ ਕਿ ਹੁਕਮ ਹੋਆ ਸ੍ਰੀ ਵਾਕ ਪਾਤਸ਼ਾਹੀ ਦਸਵੀਂ ਲਾਲ ਦੁਰਲਾਈ ਕੇ ਪ੍ਰਥਾਏ। ਸੋ ਉਹਨਾਂ ਨੇ ਪੂਰਾ ਜਿਹੜਾ ਆ ਇਹ ਪੂਰਾ ਇੱਕ ਪੁਰਾਤਨ ਜਿਹੜੀ ਚੀਜ਼ ਆ ਜਿਹੜੀ ਸਾਨੂੰ ਜ਼ਰੂਰ ਜਿਹੜਾ ਸਾਨੂੰ ਸਿੱਖਾਂ ਨੂੰ ਜਿਹੜੀ ਪੜ੍ਹਨੀ ਚਾਹੀਦੀ ਆ ਕਿ ਆਖਰ ਸਾਡੀ ਕਿਸ ਤਰ੍ਹਾਂ ਦੀ ਹੁਣ ਜਿਹੜੀ ਆ ਤਬਾਹੀ ਹੋ ਰਹੀ ਆ ਸਾਡੀ ਪੰਥ ਦੀ, ਅਤੇ ਅਸੀਂ ਕਿਸ ਤਰ੍ਹਾਂ ਉਹਨਾਂ ਚੀਜ਼ਾਂ ਨੂੰ ਅਸੀਂ ਰੋਕ ਸਕਦੇ ਹਾਂ। ਕਿਉਂਕਿ ਜਦ ਤੱਕ ਅਸੀਂ ਇਹੋ ਜਿਹੀਆਂ ਚੀਜ਼ਾਂ ਨੂੰ ਅਸੀਂ ਨਹੀਂ ਰੋਕਦੇ ਤਦ ਤੱਕ ਸਾਡੇ ਪੰਥ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਮੁੜ ਦੁਬਾਰ ਆਉਣਗੀਆਂ। ਸੋ ਮੈਂ ਇਹ ਨਹੀਂ ਕਹਿੰਦਾ ਕਿ ਭਾਈ ਰਣਜੀਤ ਸਿੰਘ ਢੰਡਰੀ ਵਾਲਿਆਂ ਨੇ ਕੁਛ ਗਲਤ ਕੀਤਾ ਜਾਂ ਸਹੀ ਕੀਤਾ, ਮੈਂ ਕਿਸੇ ਦੇ ਹੱਕ 'ਚ ਨਹੀਂ ਬੋਲਦਾ, ਪਰ
ਇਹ ਜਿਹੜੀ ਚੀਜ਼ ਆ, ਮੈਂ ਇੱਕ ਗੱਲ ਦੇ ਹੱਕ 'ਚ ਜ਼ਰੂਰ ਬੋਲਦਾ ਕਿ ਸਾਨੂੰ ਬਾਬਿਆਂ ਦੇ ਖਹਿੜਾ ਛੱਡ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੱਗੇ ਸਾਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਨੂੰ ਜੁੜਨਾ ਚਾਹੀਦਾ, ਨਾ ਕਿਸੇ ਹੋਰ ਗ੍ਰੰਥ ਨਾਲ ਅਤੇ ਨਾ ਕਦੇ ਕਿਸੇ ਹੋਰ ਬਾਬੇ ਨਾਲ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵੀ ਸਾਡਾ ਗੁਰੂ ਆ। ਸਾਡਾ ਸਿਰ ਜਿਹੜਾ ਕਿਸੇ ਹੋਰ ਚੀਜ਼ ਦੇ ਅੱਗੇ ਕਦੇ ਨਹੀਂ ਚੁੱਕਣਾ ਚਾਹੀਦਾ, ਅਤੇ ਜੇ ਚੁੱਕਦਾ ਇਹਦਾ ਮਤਲਬ ਇਹੀ ਆ ਫਿਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਡਾਊਟ ਆ। ਜੇ ਡਾਊਟ ਆ ਫਿਰ ਤੁਸੀਂ ਸਿੱਖੀ ਦੇ ਰਾਹ 'ਤੇ ਨਹੀਂ ਤੁਰ ਸਕਦੇ। ਇਹ ਸਿੱਖੀ ਦਾ ਰਾਹ ਜਿਹੜਾ ਬਹੁਤ ਔਖਾ ਆ ਚੱਲਣਾ, ਪਰ ਜੇ ਤੁਸੀਂ ਚੱਲ ਸਕਦੇ ਆ ਤਾਂ ਇਹੋ ਜਿਹਾ ਤੁਹਾਨੂੰ ਫਿਰ ਮਿਲੂਗਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਨਹੀਂ ਆ। ਸੋ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਦੇਖਿਆ। ਸਾਡਾ ਇਹ ਪ੍ਰੋਗਰਾਮ ਜਿਹੜਾ ਆ ਇਹਦੇ ਵਿੱਚ ਸਾਡੀ ਇਹ ਜਿਹੜਾ ਸਾਡਾ ਮਕਸਦ ਹੁੰਦਾ ਕਿ ਅਸੀਂ ਯੂਥ ਨੂੰ ਦੱਸੀਏ ਕਿ ਯੂਥ ਜਿਹੜੀ ਆ ਹੁਣ ਕਿਸ ਤਰ੍ਹਾਂ ਅੱਗੇ ਚੱਲ ਸਕਦੀ ਆ। ਸੋ ਜਸਟ ਅ ਬੇਨਤੀ ਟੂ ਦ ਨੌਜਵਾਨਸ, now that we've explained everything, it's important now for the ਨੌਜਵਾਨਸ to get out of this Baba system, get out of this Jathebandi system. It's ruining Sikhi from the inside. It's not helping in any way. You know, we don't need loads of Amritaris, we need pakke Amritaris. That's what we need. We don't need we don't need quantity, we need quality. So quality ਤੇ ਆਪਾਂ ਰਹੀਏ, ਗੁਰੂ ਸਾਹਿਬ ਦੇ ਵਿਚਾਰਧਾਰਾ ਦੇ ਆਪਾਂ ਰਹੀਏ। ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰੀਆਂ ਸੰਗਤਾਂ ਅਗੇਨ। ਜ਼ਰੂਰ ਜੇ ਮੇਰੇ ਤੋਂ ਕੋਈ ਭੁੱਲ ਹੋ ਗਈ, if I've made any mistake, please forgive me, because again I'm not a vidwan, I'm not a scholar, I'm just a simple Sikh that likes to read. So ਅਖੀਰ ਦੇ ਵਿੱਚ ਅਸੀਂ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਮਿਲਦੇ ਹਾਂ ਅਸੀਂ ਅਗਲੇ ਵੀਕ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।